ਹੈਲੋ ਐਵਰੀਵਨ, ਵੈਲਕਮ ਟੂ ਸਿਟੀ ਸ਼ਾਈਨ ਕਲਾਸਿਸ। ਸਿਟੀ ਸ਼ਾਈਨ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਜੋ ਆਪਾਂ ਕਰਾਂਗੇ ਉਹ ਇੰਗਲਿਸ਼ ਦਾ ਜੋ ਤੁਹਾਡਾ ਐਗਜ਼ਾਮ ਹੋਣਾ ਹੈ ਸੈਕਿੰਡ ਈਅਰ ਦਾ, ਉਹਦਾ ਆਪਾਂ ਮੋਸਟ ਇੰਪੋਰਟੈਂਟ ਜੋ ਕੁਐਸਚਨਸ ਨੇ ਜੋ ਕਿ ਹਰ ਵਾਰ ਬਣਦੇ ਹੁੰਦੇ ਨੇ 8-8 ਮਾਰਕਸ ਦੇ ਕੁਐਸਚਨਸ ਨੇ, ਉਹਨਾਂ 'ਚੋਂ ਕੁਐਸਚਨਸ ਕਰਾਂਗੇ। ਤਾਂ ਤੁਹਾਨੂੰ ਇਸ ਜੋ ਵੀਡੀਓ ਦੀ PDF ਹੈ ਉਹ ਗਰੁੱਪ ਦੇ ਵਿੱਚ ਮਿਲ ਜਾਏਗੀ। ਗਰੁੱਪ ਦਾ ਲਿੰਕ WhatsApp ਐਂਡ ਟੈਲੀਗ੍ਰਾਮ ਦਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ, ਤਾਂ ਤੁਸੀਂ ਉੱਥੋਂ ਜਾ ਕੇ ਗਰੁੱਪ ਨੂੰ ਜੁਆਇਨ ਕਰੋ ਅਤੇ PDF ਲੈ ਸਕਦੇ ਹੋ। ਤਾਂ ਤੁਹਾਨੂੰ ਇੱਕ ਹੋਰ ਇਹ ਰਿਕੁਐਸਟ ਹੈ ਕਿ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਵੀਡੀਓਜ਼ ਨੂੰ, ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ, ਵੀਡੀਓਜ਼ ਨੂੰ ਲਾਈਕ ਕਰੋ। ਕੋਈ ਵੀ ਅਗਰ ਤੁਹਾਨੂੰ ਕਿਤੇ ਵੀ ਡਾਊਟ ਹੈ ਤਾਂ ਤੁਸੀਂ ਉਹ ਬੇਝਿਜਕ ਹੋ ਕੇ ਪੁੱਛ ਸਕਦੇ ਹੋ ਜੀ। ਤਾਂ ਸਟਾਰਟ ਕਰਦੇ ਹਾਂ ਜੀ। ਫਸਟ ਕੁਐਸਚਨ ਹੈ ਕਿ ਵਟ ਡੂ ਯੂ ਮੀਨ ਬਾਏ ਮਲਟੀਲਿੰਗੁਅਲਿਜ਼ਮ, ਕਿ ਤੁਹਾਡਾ ਮਲਟੀਲਿੰਗੁਅਲਿਜ਼ਮ ਤੋਂ ਕੀ ਮਤਲਬ ਹੈ। ਠੀਕ ਹੈ ਜੀ। ਰਾਈਟ ਸ਼ਾਰਟ ਨੋਟ ਔਨ ਇਸ਼ੂ ਆਫ ਅਸੈਂਟ ਇਨ ਇੰਗਲਿਸ਼ ਇਨ ਮਲਟੀਲਿੰਗੁਅਲ ਸੋਸਾਇਟੀਜ਼, ਕਿ ਮਲਟੀਲਿੰਗੁਅਲਿਜ਼ਮ ਕੀ ਹੈ, ਤੁਸੀਂ ਕੀ ਸਮਝਦੇ ਹੋ ਮਲਟੀਲਿੰਗੁਅਲਿਜ਼ਮ ਤੋਂ, ਅਤੇ ਉਹਦੇ 'ਤੇ ਸ਼ਾਰਟ ਨੋਟ ਲਿਖੋ ਕਾਹਦੇ 'ਤੇ ਕਿ ਇਸ਼ੂ ਆਫ ਅਸੈਂਟ ਨੇ ਜੋ ਇੰਗਲਿਸ਼ ਦੇ ਮਲਟੀਲਿੰਗੁਅਲਿਜ਼ਮ ਸੋਸਾਇਟੀਜ਼ 'ਚ। ਠੀਕ ਹੈ ਜੀ। ਆਂਸਰ ਹੈ ਟੂਡੇ ਸੋਸਾਇਟੀ ਇੰਗਲਿਸ਼ ਲੈਂਗੁਏਜ ਇਜ਼ ਦਾ ਮੋਸਟ ਕੋਮਨਲੀ ਸਪੋਕਨ ਲੈਂਗੁਏਜ ਇਨ ਵਰਲਡ, ਕਿ ਅੱਜ ਦੀ ਸੁਸਾਇਟੀ ਦੇ ਵਿੱਚ ਜੋ ਇੰਗਲਿਸ਼ ਹੈ ਉਹ ਇੱਕ ਐਵੇਂ ਦੀ ਲੈਂਗੁਏਜ ਹੈ ਜਿਹੜੀ ਕਿ ਪੂਰੇ ਵਰਲਡ ਦੇ ਵਿੱਚ ਕੋਮਨਲੀ ਬੋਲੀ ਜਾਂਦੀ ਹੈ, ਕਿ ਹਰੇਕ ਹੀ ਇਨਸਾਨ ਇਹਨੂੰ ਬੋਲ ਲੈਂਦਾ ਹੈ ਸਿੱਧੇ ਜਾਂ ਸਿੱਧੇ ਤੌਰ 'ਤੇ। ਠੀਕ ਹੈ ਜੀ। ਇਟ ਹੈਜ਼ ਬਿਕਮ ਦਾ ਮੋਸਟ ਪੋਪੂਲਰ ਲੈਂਗੁਏਜ, ਇਹ ਇੱਕ ਬਹੁਤ ਹੀ ਜ਼ਿਆਦਾ ਪੋਪੂਲਰ ਲੈਂਗੁਏਜ ਹੈ। ਠੀਕ ਹੈ ਜੀ, ਪ੍ਰਸਿੱਧ ਲੈਂਗੁਏਜ ਹੈ। ਦਾ ਮੈਨੀ communities and committees have given their suggestions for teaching and learning English language, ਕਿ ਬਹੁਤ ਸਾਰੇ ਜੋ ਕਮੇਟੀਜ਼ ਨੇ, ਠੀਕ ਹੈ ਜੀ, ਪੀਪਲਸ ਨੇ, ਉਹਨਾਂ ਨੇ ਇਹ ਸੁਜੈਸਟ ਕੀਤਾ ਹੈ ਕਿ ਇੰਗਲਿਸ਼ ਲੈਂਗੁਏਜ ਨੂੰ ਕੀ ਕਰਨਾ ਚਾਹੀਦਾ ਹੈ, ਟੀਚ ਕਰਵਾਉਣਾ ਚਾਹੀਦਾ ਹੈ। ਠੀਕ ਹੈ ਜੀ, ਸਟੂਡੈਂਟਸ ਨੂੰ ਪੜ੍ਹਾਉਣੀ ਚਾਹੀਦੀ ਹੈ। ਅ ਪਰਸਨ ਹੂ ਹੈਜ਼ ਦਾ knowledge of many languages and can efficiently use any of these languages whenever required, ਕਿ ਇੱਕ ਜਿਹੜਾ ਪਰਸਨ ਹੈ ਉਹ ਬਹੁਤ ਸਾਰੀਆਂ ਜੋ ਲੈਂਗੁਏਜ ਨੇ ਉਹਨਾਂ ਦੀ ਜਾਣਕਾਰੀ ਰੱਖਦਾ ਹੈ, ਨੌਲੇਜ ਹੈ ਉਹਨੂੰ, ਐਂਡ ਕੈਨ ਐਫੀਸ਼ੀਐਂਟਲੀ ਯੂਜ਼ ਐਨੀ ਆਫ ਦੀਜ਼ ਲੈਂਗੁਏਜਿਸ ਵੈਨ ਐਵਰ ਰਿਕੁਆਇਰਡ, ਅਤੇ ਉਹ ਇਹਨਾਂ ਲੈਂਗੁਏਜ ਨੂੰ ਜਦੋਂ ਹੀ ਉਹਨੂੰ ਜ਼ਰੂਰਤ ਪੈਂਦੀ ਹੈ ਉਸ ਟਾਈਮ ਹੀ ਉਹ ਯੂਜ਼ ਕਰ ਲੈਂਦਾ ਹੈ। ਮਲਟੀਲਿੰਗੁਅਲਿਜ਼ਮ ਕੈਨ ਬੀ ਪਰਸਨਲ ਔਰ ਸੋਸ਼ਲ, ਮਲਟੀਲਿੰਗੁਅਲਿਜ਼ਮ ਹੈ ਜੋ ਉਹ ਪਰਸਨਲ ਵੀ ਹੋ ਸਕਦੀ ਹੈ ਅਤੇ ਸੋਸ਼ਲ ਵੀ ਹੋ ਸਕਦੀ ਹੈ। ਉਹ ਕਿੱਦਾਂ, ਮਲਟੀਲਿੰਗੁਅਲਿਜ਼ਮ ਦਾ ਮਤਲਬ ਵੀ ਹੈ ਕਿ ਇੱਕ ਤੋਂ ਜ਼ਿਆਦਾ ਜੋ ਲੈਂਗੁਏਜਿਸ ਨੇ ਉਹਨਾਂ ਦੀ ਜਾਣਕਾਰੀ ਰੱਖਣਾ। ਠੀਕ ਹੈ ਜੀ, ਅਤੇ ਉਹ ਇੱਕ ਪਰਸਨ ਵੀ ਰੱਖ ਸਕਦਾ ਅਤੇ ਉਹ ਪੂਰੀ ਸੁਸਾਇਟੀ ਵੀ ਰੱਖ ਸਕਦੀ ਹੈ। ਠੀਕ ਹੈ ਜੀ, ਬਹੁਤ ਸਾਰੀਆਂ ਲੈਂਗੁਏਜ ਦੀ ਜਾਣਕਾਰੀ। ਮਲਟੀਲਿੰਗੁਅਲਿਜ਼ਮ ਸੋਸਾਇਟੀ ਆਰ ਯੂਜ਼ੁਅਲੀ ਮਲਟੀਕਲਚਰਲ ਆਲਸੋ ਬਿਕੋਜ਼ ਲੈਂਗੁਏਜ ਐਂਡ ਕਲਚਰ ਆਰ ਇੰਟਰਲੇਟਿਡ। ਕਹਿੰਦੇ ਆ ਕਿ ਜਿਹੜੀ ਮਲਟੀਲਿੰਗੁਅਲ ਸੁਸਾਇਟੀ ਹੈ ਨਾ, ਉਹ ਮਲਟੀਲਿੰਗੁਅਲ ਜਿਹੜਾ ਕਲਚਰ ਹੈ ਨਾ, ਮਲਟੀਕਲਚਰਲ, ਉਹਦੇ ਤੋਂ ਹੀ ਬਣੀ ਹੈ। ਕਿੱਦਾਂ, ਉਹਦੇ ਤੋਂ ਹੀ ਉਹ ਬਣਦੀ ਹੈ ਕਿਉਂਕਿ ਜਿਹੜੀ ਲੈਂਗੁਏਜ ਹੈ ਅਤੇ ਕਲਚਰ ਹੈ ਨਾ, ਇਹ ਇੰਟਰਲੇਟਿਡ ਨੇ, ਅੰਦਰੂਨੀ ਇਹਨਾਂ ਦੀ ਸਾਂਝ ਹੈ। ਠੀਕ ਹੈ ਜੀ। ਐਵਰੀ ਕਲਚਰ ਪ੍ਰੋਸੈਸਿਸ ਇਟਸ ਓਵਨ ਯੂਨੀਕ ਲੈਂਗੁਏਜ, ਹਰੇਕ ਜੋ ਕਲਚਰ ਹੈ ਉਹਦੀ ਆਪਣੀ ਇੱਕ ਭਾਸ਼ਾ ਹੁੰਦੀ ਹੈ। ਠੀਕ ਹੈ ਜੀ। ਐਨ ਇੰਡੀਆ 200 languages are spoken by its people and each of these languages is linked to a particular culture, ਕਿ ਇੰਡੀਆ ਦੇ ਵਿੱਚ 200 ਦੇ ਕਰੀਬ ਜੋ ਲੈਂਗੁਏਜਿਸ ਨੇ ਉਹ ਬੋਲੀਆਂ ਜਾਂਦੀਆਂ ਨੇ ਅਤੇ ਇਹਨਾਂ ਦਾ ਆਪਣੇ ਹੀ ਕਲਚਰ ਦੇ ਨਾਲ, ਪਾਰਟੀਕੂਲਰ ਕਲਚਰ ਦੇ ਨਾਲ ਇੱਕ ਰਿਲੇਸ਼ਨ ਹੈ। ਠੀਕ ਹੈ ਜੀ, ਇਹ ਲਿੰਕਡ ਨੇ। ਇਸ਼ੂ ਆਫ ਅਸੈਂਟ ਕੀ ਨੇ ਇਹਦੇ, ਅਸੈਂਟ ਇਨ ਅ ਲੈਂਗੁਏਜ ਇਜ਼ ਆਲਵੇਜ਼ ਡਿਫਰੈਂਟ ਦੈਨ ਇਨ ਦਾ ਅਦਰ ਲੈਂਗੁਏਜ। ਠੀਕ ਹੈ ਜੀ, ਜੋ ਅਸੈਂਟ ਹੈ ਉਹ ਬਾਕੀ ਲੈਂਗੁਏਜਿਸ ਤੋਂ ਇੱਕ ਲੈਂਗੁਏਜ ਨੂੰ ਵੱਖ ਕਰਕੇ ਦਿਖਾਉਂਦਾ ਹੈ। ਠੀਕ ਹੈ ਜੀ। ਦਾ ਡਿਫਰੈਂਸ ਇਨ ਅਸੈਂਟ ਆਫ ਪੰਜਾਬੀ ਐਂਡ ਇੰਗਲਿਸ਼ ਲੈਂਗੁਏਜ ਕੈਨ ਬੀ ਟੇਕਨ ਐਜ਼ ਐਗਜ਼ਾਮਪਲ। ਦੇਰ ਆਰ ਵੇਰੀਅਸ reasons because which the issue of assent of English language has surfaced in multilingual societies. Some of the reasons are discussed. ठीक है जी।
इंग्लिश लैंग्वेज इट सैल्फ हैज़ मोर दैन वन असेंट। इंग्लिश है जो ਉਹ ਇੱਕ ਤੋਂ ਜ਼ਿਆਦਾ ਅਸੈਂਟਸ ਨੇ। ਉਹ ਕਿੱਦਾਂ ਕਿ ਇੰਟਰਨੈਸ਼ਨਲੀ ਦੇਅਰ ਆਰ 2 ਸਟੈਂਡਰਡ ਮੋਡਲਸ ਆਫ ਸਪੋਕਨ ਇੰਗਲਿਸ਼, ਵਨ ਇਜ਼ ਅਮੈਰੀਕਨ ਪ੍ਰੋਨਾਂਸੀਏਸ਼ਨ ਐਂਡ ਅਨਦਰ ਇਜ਼ ਬ੍ਰਿਟਿਸ਼ ਪ੍ਰੋਨਾਂਸੀਏਸ਼ਨ। ਇੱਕ ਤਾਂ ਅਮੈਰੀਕਨ ਪ੍ਰੋਨਾਂਸੀਏਸ਼ਨ ਹੈ ਜਿੱਦਾਂ ਕਿ ਆਪਾਂ ਬੋਲਦੇ ਹਾਂ, ਅਤੇ ਇੱਕ ਬ੍ਰਿਟਿਸ਼ਰਸ ਬੋਲਦੇ ਨੇ, ਠੀਕ ਆ ਜੀ। ਉਹ ਤੁਸੀਂ ਲੈਂਗੁਏਜ ਸੁਣੀ ਹੋਏਗੀ, ਅੰਗਰੇਜ਼ਾਂ ਦੀ ਲੈਂਗੁਏਜ ਹੋਰ ਹੁੰਦੀ ਹੈ, ਜਿੱਦਾਂ ਆਪਾਂ ਇੰਗਲਿਸ਼ ਬੋਲਦੇ ਹਾਂ ਉੱਦਾਂ ਉਹ ਇੰਗਲਿਸ਼ ਨਹੀਂ ਬੋਲਦੇ। ਦ ਅਸੈਂਟ ਇਨ mother tongue and other languages already learnt by a student is different than assent in English. This process of assent is one of the language learning process the students in multilingual societies have already learnt to speak। कि बच्चे ने जो multilingualism society ਦੇ ਉਹ ਸਪੀਕ ਜਦੋਂ ਉਹ ਬੋਲਦੇ ਨੇ ਉਦੋਂ ਹੀ ਉਹ ਸਿੱਖ ਜਾਂਦੇ ਨੇ। ਵੇਰੀਅਸ ਸਾਊਂਡਸ ਇਨ ਆ ਪਾਰਟੀਕੂਲਰ ਮੈਨਰ। ਇੰਗਲਿਸ਼ ਲੈਂਗੁਏਜ ਹੈਵ ਡਿਫਰੈਂਟ ਸਾਊਂਡਸ। ਇੰਗਲਿਸ਼ ਲੈਂਗੁਏਜ ਦੀਆਂ ਬਹੁਤ ਸਾਰੀਆਂ ਸਾਊਂਡਸ ਨੇ। ਦਾ ਸਟੂਡੈਂਟਸ ਵੈਨ ਦੇ ਆਰ ਲਰਨਡ ਇੰਗਲਿਸ਼ ਐਟ ਦਿਸ ਸਟੇਜ ਦੇਅਰ ਲਰਨਿੰਗ ਇਜ਼ ਅਫੈਕਟਿਡ ਬਾਏ ਰੀਜਨਲ ਅਸੈਂਟ। ਕਿ ਜਦੋਂ ਵੀ ਬੱਚੇ ਇਸ ਸਟੇਜ ਦੇ ਉੱਤੇ ਲੈਂਗੁਏਜ ਸਿੱਖਦੇ ਨੇ, ਇੰਗਲਿਸ਼ ਲੈਂਗੁਏਜ ਸਿੱਖਦੇ ਨੇ, ਤਾਂ ਬਹੁਤ ਸਾਰੇ ਇਫੈਕਟਿਡ ਕਰਨ ਵਾਲੇ, ਜੋ ਪ੍ਰਭਾਵਿਤ ਕਰਨ ਵਾਲੇ ਤੱਤ ਨੇ, ਉਹਨਾਂ 'ਤੇ ਪ੍ਰਭਾਵ ਪਾਉਂਦੇ ਨੇ। ਪ੍ਰੋਬਲਮ ਆਫ ਅਸੈਂਟ ਔਨ ਦਾ ਸਿਲੇਬਸ ਆਫ ਆ ਵਰਡ। ਇੰਗਲਿਸ਼ ਲੈਂਗੁਏਜ have different sounds. It speaks to many ways. In English, there are no fixed rules for deciding that which syllables should have the accent in polysyllabic word। ਕਿ ਆਪਾਂ ਨੂੰ ਇੰਗਲਿਸ਼ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਹੁੰਦਾ, ਜਿੱਦਾਂ ਸੀ ਤੋਂ ਕ ਵੀ ਬਣਦਾ ਹੈ, ਸ ਵੀ ਬਣਦਾ ਹੈ, ਠੀਕ ਹੈ ਜੀ। ਤਾਂ ਆਪਾਂ ਨੂੰ ਉਹ ਨਹੀਂ ਦੱਸਿਆ ਗਿਆ ਹੁੰਦਾ ਕਿ ਇਸ ਜੋ ਕੁਝ ਵਰਡ ਜੋ ਨੇ ਸਾਊਂਡ ਹੁੰਦੀਆਂ ਨੇ ਉਹ ਸਾਈਲੈਂਟ ਹੁੰਦੀਆਂ ਨੇ, ਠੀਕ ਹੈ ਜੀ। ਤਾਂ ਆਪਾਂ ਨੂੰ ਇਹ ਨਹੀਂ ਪਤਾ ਕਈ ਵਾਰ ਲੱਗਦਾ ਕਿ ਕਿਹੜੇ ਵਰਡ ਕਿਹੜੀ ਸਾਊਂਡ ਦੀ ਯੂਜ਼ ਕਿੱਥੇ ਹੋਣੀ ਹੈ, ਠੀਕ ਹੈ ਜੀ। ਪਰਮਾਨੈਂਟਲੀ ਸਿਲੇਬਸ ਦੇ ਵਿੱਚ ਨਹੀਂ ਹੁੰਦਾ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਹੈ conclusion। India is a multilingual country in which have 2,100 languages are spoken its people। Issue of accent are mainly include the language learning। Accent in a language is always different। ਠੀਕ ਹੈ ਜੀ। ਜੋ ਅਸੈਂਟ ਹੈ ਲਰਨਿੰਗ ਲੈਂਗੁਏਜ ਦੇ ਵਿੱਚ ਆਲਰੇਡੀ ਡਿਫਰੈਂਟ ਹੁੰਦਾ ਹੈ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਰਾਈਟ ਡਾਊਨ ਦਾ ਰੋਲ ਆਫ ਟੀਚਰ ਇਨ ਮਲਟੀਲਿੰਗੁਅਲ ਇੰਡੀਅਨ ਕਲਾਸਰੂਮ। ਠੀਕ ਹੈ ਜੀ। ਮਲਟੀਲਿੰਗੁਅਲ ਇੰਡੀਅਨ ਕਲਾਸਰੂਮਸ ਨੇ ਜੋ, ਉਹਦੇ ਵਿੱਚ ਟੀਚਰ ਦਾ ਕੀ ਰੋਲ ਹੈ। ਮਲਟੀਲਿੰਗੁਅਲ ਕਲਾਸਰੂਮ ਮੀਨਸ ਵਨ ਔਰ ਮੋਰ ਲੈਂਗੁਏਜ ਟੀਚਿੰਗ ਇਨ ਅ ਕਲਾਸਰੂਮ। ਮਲਟੀਲਿੰਗੁਅਲ ਕਲਾਸਰੂਮ ਤੋਂ ਮਤਲਬ ਇਹ ਹੈ ਕਿ ਇੱਕ ਤੋਂ ਜ਼ਿਆਦਾ ਲੈਂਗੁਏਜ ਨੇ ਜੋ ਉਹ ਕਲਾਸਰੂਮ ਦੇ ਵਿੱਚ ਕਰਵਾਉਣੀਆਂ ਟੀਚਰ ਦੇ ਦੁਆਰਾ। ਅਤੇ ਟੀਚਰ ਦਾ ਕੀ ਰੋਲ ਹੋਣਾ ਚਾਹੀਦਾ ਹੈ। ਦ ਟੀਚਰ ਸ਼ੁੱਡ play personal attention to solve problems of pronunciation and spelling in the class। ਕਿ ਜੋ ਟੀਚਰ ਹੈ ਉਹਨੂੰ ਪਹਿਲਾਂ ਤਾਂ ਰੋਲ ਇਸ ਤਰ੍ਹਾਂ ਦਾ ਪਲੇ ਕਰਨਾ ਚਾਹੀਦਾ ਹੈ, ਬੱਚਿਆਂ ਨੂੰ ਪਰਸਨਲ ਅਟੈਂਸ਼ਨ ਦੇਣੀ ਚਾਹੀਦੀ ਹੈ। ਕਿੱਦਾਂ ਦੀ ਕਿ ਬੱਚੇ ਆਪਣੀਆਂ ਜੋ ਪ੍ਰੋਬਲਮਸ ਨੇ ਪਹਿਲਾਂ ਉਹ ਟੀਚਰਸ ਨੂੰ ਦੱਸ ਸਕਣ, ਅਤੇ ਫਿਰ ਉਹ ਟੀਚਰ ਹੈ ਨਾ ਜੋ ਉਹਨਾਂ ਦੇ ਪ੍ਰੋਬਲਮਸ ਨੇ ਜੋ ਪ੍ਰੋਨਾਊਂਸੀਏਸ਼ਨ ਤੋਂ ਬਣਨ ਵਾਲੀਆਂ ਅਤੇ ਸਪੈਲਿੰਗਸ ਦੀਆਂ ਜੋ ਮਿਸਟੇਕ ਕਰਦੇ ਨੇ ਉਹਨਾਂ ਨੂੰ ਸੋਲਵ ਕਰੇ। ਟੀਚਰ ਸ਼ੁੱਡ ਟੀਚ ਦਾ ਸਟੂਡੈਂਟਸ ਰਾਈਟ ਮੀਨਿੰਗ ਆਫ ਵਰਡ ਇਨ ਦਾ ਕਲਾਸ। ਟੀਚਰ ਜੋ ਹੈ ਬੱਚੇ ਨੂੰ ਰਾਈਟ ਵਰਡਸ ਲਿਖਣੇ ਸਿਖਾਵੇ ਕਲਾਸ ਦੇ ਵਿੱਚ। ਨੈਕਸਟ ਹੈ ਟੀਚਰ ਸ਼ੁੱਡ ਟੀਚ ਟੂ ਰਾਈਟ ਵੇ ਟੂ ਸਟੂਡੈਂਟਸ ਟੂ ਐਕਸਪ੍ਰੈਸ ਆਵਰ ਵਰਡਸ ਨੌਲੇਜ। ਬੱਚਿਆਂ ਨੂੰ ਟੀਚਰ ਨੂੰ ਇਸ ਤਰ੍ਹਾਂ ਦਾ ਉਹਨਾਂ ਨੂੰ ਐਕਸਪ੍ਰੈਸ ਕਰਨਾ ਸਿਖਾਉਣਾ ਚਾਹੀਦਾ ਹੈ ਕਿ ਬੱਚੇ ਨੂੰ ਜੋ ਉਹਨਾਂ ਨੂੰ ਜਿੰਨੀ ਕੁ ਵਰਡਸ ਦੀ ਨੌਲੇਜ ਹੈ ਉਹ ਟੀਚਰ ਦੇ ਸਾਹਮਣੇ ਐਕਸਪ੍ਰੈਸ ਕਰ ਸਕਣ ਅਤੇ ਉਹ ਦੱਸ ਸਕਣ ਕਿ ਮੈਨੂੰ ਇੰਨੇ ਵਰਡਸ ਆਉਂਦੇ ਨੇ। ਟੀਚਰ ਟੀਚਿਸ ਅਸ ਇੰਗਲਿਸ਼ ਐਜ਼ ਅ ਨੋਰਮਲ ਔਰ ਡਿਫਰੈਂਟ ਵੇਜ਼ ਟੂ ਦਾ ਕਲਾਸਰੂਮਸ। ਟੀਚਰ ਨੂੰ ਜੋ ਇੰਗਲਿਸ਼ ਹੈ ਜੋ ਵੀ ਲੈਂਗੁਏਜ ਹੈ ਉਹ ਨੋਰਮਲ ਅਤੇ ਡਿਫਰੈਂਟ ਜੋ ਵੇਜ਼ ਨੇ ਉਹਦੇ ਵਿੱਚ ਸਮਝਾਉਣੀ ਚਾਹੀਦੀ ਹੈ। ਜੇ ਨੋਰਮਲੀ ਸਮਝਾਈ ਜਾਏਗਾ ਤਾਂ ਕੋਈ ਬਾਹਰ ਵਾਲਾ ਆ ਕੇ ਉਹਨਾਂ ਤੋਂ ਹੋਰ ਤਰ੍ਹਾਂ ਦੀ ਇੰਗਲਿਸ਼ ਬੋਲ ਕੇ ਬ੍ਰਿਟਿਸ਼ਿਸ਼ ਮੰਨ ਲਓ ਬੋਲੇਗਾ ਤਾਂ ਬੱਚੇ ਨੂੰ ਸਮਝ ਨਹੀਂ ਆਏਗੀ। ਟੀਚਰ ਸ਼ੁੱਡ ਫੋਲੋ ਸੁਟੇਬਲ ਮੈਥਡਸ ਐਂਡ ਸਿਟਿੰਗ ਆਫ ਕਲਾਸਰੂਮਸ ਫੋਰ ਐਡਰੈਸਿੰਗ ਦਾ ਨੀਡਸ ਆਫ ਮਲਟੀਲਿੰਗੁਅਲ ਸਟੂਡੈਂਟਸ। ਕਿ ਟੀਚਰ ਹੈ ਜੋ
ਉਹਨੂੰ ਸੁਟੇਬਲ ਮੈਥਡਸ ਯੂਜ਼ ਕਰਨੇ ਚਾਹੀਦੇ ਨੇ ਜੋ ਕਿ ਵਧੀਆ ਮੈਥਡਸ ਹੋਣ ਜਿਹਦੇ ਨਾਲ ਬੱਚੇ ਚੰਗੀ ਤਰ੍ਹਾਂ ਆਪਣੇ ਕਲਾਸਰੂਮ ਦੇ ਵਿੱਚ ਬੈਠ ਵੀ ਸਕਣ ਅਤੇ ਉਹ ਵਧੀਆ ਲੈਂਗੁਏਜ ਨੂੰ ਸਿੱਖ ਸਕਣ। ਟੀਚਰ ਸ਼ੁੱਡ ਫੋਲੋ ਦਾ ਸੁਟੇਬਲ ਮੈਥਡਸ ਆਫ ਐਕਸਪ੍ਰੈਸ ਸਟੂਡੈਂਟਸ ਟੀਚਿੰਗ, ਕਿ ਬੱਚੇ ਟੀਚਰ ਹੈ ਜੋ ਐਵੇਂ ਦੀ ਲੈਂਗੁਏਜ ਯੂਜ਼ ਕਰੇ, ਐਵੇਂ ਦੇ ਮੈਥਡਸ ਯੂਜ਼ ਕਰੇ ਜਿਹਦੇ ਨਾਲ ਕੀ ਹੋਏ ਕਿ ਬੱਚੇ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਣ। ਟੀਚਰ ਕੈਨ ਕੰਸਲਟ ਫੋਲੋ ਟੀਚਰਸ ਇਨ ਸੋਲਵਿੰਗ ਦਾ ਪ੍ਰੋਬਲਮਸ, ਬੱਚੇ ਦੀ ਜੋ ਪ੍ਰੋਬਲਮ ਹੈ ਉਹ ਟੀਚਰ ਨੂੰ ਸੋਲਵ ਕਰਨੀ ਚਾਹੀਦੀ ਹੈ, ਐਵੇਂ ਦੇ ਮੈਥਡ ਯੂਜ਼ ਕਰਨੇ ਚਾਹੀਦੇ ਹੈ। ਆਲ ਦਾ ਪ੍ਰੋਬਲਮਸ ਆਫ ਇੰਗਲਿਸ਼ ਕੈਨ ਬੀ ਸੋਲਵਡ ਬਾਏ ਦਾ ਟੀਚਰ ਇਨ ਆ ਮਲਟੀਲਿੰਗੁਅਲ ਕਲਾਸਰੂਮ, ਕਿ ਸਾਰੀਆਂ ਜੋ ਪ੍ਰੋਬਲਮਸ ਨੇ ਬੱਚਿਆਂ ਨੂੰ ਆਉਂਦੀਆਂ ਨੇ ਭਾਸ਼ਾ ਦੇ ਨਾਲ ਸੰਬੰਧਿਤ ਉਹ ਸਾਰੀਆਂ ਹੀ ਟੀਚਰ ਨੂੰ ਸੋਲਵ ਕਰਨੀਆਂ ਚਾਹੀਦੀਆਂ ਨੇ ਕਲਾਸਰੂਮ ਦੇ ਅੰਦਰ ਹੀ। The teacher can make use of groups activities for students in the multilingual classroom, ਕਿ ਬੱਚੇ ਨੂੰ ਦੀਆਂ ਜੋ ਐਕਟੀਵਿਟੀਜ਼ ਨੇ ਉਹ ਬਹੁਤ ਸਾਰੀਆਂ ਟੀਚਰਸ ਦੁਆਰਾ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕੇ। ਗਰੁੱਪਸ ਬਣਾ ਕੇ ਐਕਟੀਵਿਟੀਜ਼ ਕਰਵਾਉਣੀਆਂ ਚਾਹੀਦੀਆਂ ਨੇ, ਬੱਚਾ ਝਿਜਕ ਦੂਰ ਕਰ ਸਕੇ। ਟੀਚਰ ਪ੍ਰੋਵਾਈਡ ਲੈਂਗੁਏਜ ਓਪਰਚੁਨਿਟੀਜ਼ ਟੂ ਸਟੂਡੈਂਟਸ ਫੋਰ ਪ੍ਰੈਸੈਕਟਿੰਗ ਕੰਟੈਂਟ ਇਨ ਮਦਰ ਟੰਗ ਐਜ਼ ਵੈਲ ਐਜ਼ ਇਨ ਇੰਗਲਿਸ਼, ਕਿ ਟੀਚਰ ਨੂੰ ਬੱਚੇ ਨੂੰ ਇਹੋ ਜਿਹਾ ਕੰਟੈਕਟ ਪ੍ਰੋਵਾਈਡ ਕਰਵਾਉਣਾ ਚਾਹੀਦਾ ਹੈ, ਐਵੇਂ ਦੀਆਂ ਓਪਰਚੁਨਿਟੀਜ਼ ਦੇਣੇ ਚਾਹੀਦੀਆਂ ਨੇ, ਮੌਕੇ ਦੇਣੇ ਚਾਹੀਦੇ ਨੇ ਕਿ ਬੱਚਾ ਜੋ ਹੈ ਆਪਣੇ ਆਪ ਨੂੰ ਆਪਣੀ ਮਦਰ ਟੰਗ ਦੇ ਦੁਆਰਾ ਹੀ ਇੰਗਲਿਸ਼ ਵਿੱਚ ਐਕਸਪ੍ਰੈਸ ਕਰ ਸਕੇ ਕਿ ਉਹ ਕਿੱਦਾਂ ਦਾ ਹੈ। ਟੀਚਰ ਕੈਨ ਹੈਲਪ ਦਾ ਸਟੂਡੈਂਟਸ ਟੂ ਸੋਲਵ ਪ੍ਰੋਬਲਮ ਰਿਲੇਟਿਡ ਇੰਗਲਿਸ਼ ਪ੍ਰੋਨਾਊਂਸੀਏਸ਼ਨ, ਟੀਚਰ ਹੈ ਜੋ ਬੱਚੇ ਦੀਆਂ ਇੰਗਲਿਸ਼ ਪ੍ਰੋਨਾਊਂਸੀਏਸ਼ਨ ਦੇ ਰਿਲੇਟਿਡ ਪ੍ਰੋਬਲਮ ਨੂੰ ਸੋਲਵ ਕਰੇ। ਟੀਚਰ ਕੈਨ ਇਨਵਾਈਟ ਸਟੂਡੈਂਟਸ ਫੋਰ ਗਰੁੱਪ ਡਿਸਕਸ਼ਨ, ਟੀਚਰ ਹੈ ਜੋ ਬੱਚੇ ਨੂੰ ਗਰੁੱਪ ਡਿਸਕਸ਼ਨ ਦੇ ਲਈ ਵੀ ਇਨਵਾਈਟ ਕਰੇ। ਟੀਚਰ ਮੇਕ ਯੂਜ਼ ਆਫ ਵੇਰੀਅਸ ਅਦਰ ਟੈਕਨੀਕਸ ਟੂ ਇਨਕਰੇਜ ਯੂਜ਼ ਆਫ ਇੰਗਲਿਸ਼ ਐਂਡ ਕ੍ਰੀਏਟ ਮੇ ਸੋਸ਼ਲ ਸਿਚੁਏਸ਼ਨਸ ਟੂ ਇਨੇਬਲ ਸਟੂਡੈਂਟਸ, ਠੀਕ ਹੈ ਜੀ। ਟੀਚਰ ਨੂੰ ਐਵੇਂ ਦੀਆਂ ਸਿਚੁਏਸ਼ਨ ਸੋਸ਼ਲ ਕ੍ਰੀਏਟ ਕਰਨੀਆਂ ਚਾਹੀਦੀਆਂ ਨੇ ਕਿ ਬੱਚਾ ਉਹਨਾਂ ਵਿੱਚ ਭਾਗ ਲਵੇ, ਠੀਕ ਹੈ ਜੀ। ਇਹ ਪੁਆਇੰਟਸ ਨੇ। ਉਸ ਤੋਂ ਬਾਅਦ ਕਨਕਲੂਜ਼ਨ ਹੈ। ਨੈਕਸਟ ਕੁਐਸਚਨ ਹੈ ਰਾਈਟ ਡਾਊਨ ਦਾ ਐਡਵਾਂਟੇਜਸ ਆਫ ਬਿਹੇਵੀਅਰਿਸਟਿਕ ਅਪਰੋਚ ਫੋਰ ਟੀਚਿੰਗ ਐਂਡ ਲਰਨਿੰਗ ਲੈਂਗੁਏਜ। ਬਿਹੇਵੀਅਰਿਸਟਿਕ, ਠੀਕ ਹੈ ਜੀ, ਬਿਹੇਵੀਅਰਿਸਟਿਕ ਬਿਲੀਵ ਦੈਟ ਲੈਂਗੁਏਜ ਕੈਨ ਬੀ ਲਰਨਡ ਥਰੂ ਹੈਬਿਟ ਫੋਰਮੇਸ਼ਨ। ਬਿਹੇਵੀਅਰਿਸਟਿਕ ਨੇ ਜੋ ਵਿਵਹਾਰਵਾਦੀ ਨੇ ਉਹ ਇਹ ਕਹਿੰਦੇ ਨੇ ਕਿ ਜਿਹੜੀ ਲੈਂਗੁਏਜ ਹੈ ਉਹ ਹੈਬਿਟ ਫੋਰਮੇਸ਼ਨ ਦੇ ਨਾਲ ਲਰਨ ਕੀਤੀ ਜਾ ਸਕਦੀ ਹੈ। ਸਕੂਲ ਇਨਵਾਇਰਮੈਂਟ ਫੈਮਿਲੀ ਐਂਡ ਸੁਸਾਇਟੀ ਐਕਸਪੋਜ਼ ਲੈਂਗੁਏਜ ਟੂ ਬੀ ਟੂ ਦਾ ਲਰਨਰਸ। ਦੇ ਬਿਲੀਵ ਦੈਟ ਲਰਨਿੰਗ ਇਜ਼ ਅ ਕੰਡੀਸ਼ਨਿੰਗ ਪ੍ਰੋਸੈਸ। ਉਹ ਬਿਲੀਵ ਕਰਦੇ ਨੇ, ਕੌਣ? ਵਿਵਹਾਰਵਾਦੀ ਬਿਲੀਵ ਕਰਦੇ ਨੇ ਕਿ ਜੋ ਲੈਂਗੁਏਜ ਹੈ ਉਹ ਕਿਹਦੇ ਦੁਆਰਾ ਆਉਂਦੀ ਹੈ? ਕੰਡੀਸ਼ਨਿੰਗ ਪ੍ਰੋਸੈਸ ਹੈ, ਠੀਕ ਹੈ ਜੀ। ਐਡਵਾਂਟੇਜਸ ਕੀ ਨੇ? ਲੈਂਗੁਏਜ ਲਰਨਿੰਗ ਇਜ਼ ਅ ਹੈਬਿਟ ਫੋਰਮੇਸ਼ਨ ਪ੍ਰੋਸੈਸ, ਸੋ ਲੈਂਗੁਏਜ ਟੀਚਿੰਗ ਕੈਨ ਬਿਕਮ ਬੈਟਰ ਇਫ ਅ ਟੀਚਰ ਹੈਵ ਦਾ ਨੌਲੇਜ ਆਫ ਬਿਹੇਵੀਅਰਿਸਟਿਕ ਥਿਊਰੀ, ਕਿ ਲੈਂਗੁਏਜ ਹੈ ਜੋ ਇਸ ਤਰ੍ਹਾਂ ਲਰਨਿੰਗ ਹੁੰਦੀ ਹੈ, ਹੈਬਿਟ ਫੋਰਮੇਸ਼ਨ ਹੈ, ਇੱਕ ਪ੍ਰੋਸੈਸ ਹੈ ਜੋ ਹੈਬਿਟ ਫੋਰਮੇਸ਼ਨ 'ਤੇ ਡਿਪੈਂਡ ਹੈ। ਸੋ ਲੈਂਗੁਏਜ ਟੀਚਿੰਗ ਕੈਨ ਬਿਕਮ ਬੈਟਰ ਇਫ ਅ ਟੀਚਰ ਹੈਵ ਦਾ ਨੌਲੇਜ ਆਫ ਬਿਹੇਵੀਅਰਿਸਟਿਕ ਥਿਊਰੀ। ਲੈਂਗੁਏਜ ਲਰਨ ਉਦੋਂ ਹੀ ਬੈਟਰ ਹੋਏਗਾ ਜਦੋਂ ਕਿ ਟੀਚਰ ਨੂੰ ਇਹ ਬਿਹੇਵੀਅਰਿਸਟਿਕ ਥਿਊਰੀ ਦੀ ਜਾਣਕਾਰੀ ਹੋਏਗੀ, ਠੀਕ ਹੈ ਜੀ। ਦਿਸ ਥਿਊਰੀ ਕੈਨ ਹੈਲਪ ਦਾ ਲਰਨਿੰਗ ਲੈਂਗੁਏਜ ਟੀਚਰ ਐਜ਼ ਐਕਸਪਲੇਨ ਬਿਲੋ, ਠੀਕ ਹੈ ਜੀ। ਪ੍ਰੋਵਾਈਡਿੰਗ ਓਪਰਚੁਨਿਟੀਜ਼ ਫੋਰ ਯੂਜ਼ ਐਂਡ ਪ੍ਰੈਕਟਿਸ ਆਫ ਲੈਂਗੁਏਜ, ਕਿ ਐਵੇਂ ਦੀਆਂ ਓਪਰਚੁਨਿਟੀਜ਼ ਦੇਣੀਆਂ ਚਾਹੀਦੀਆਂ ਨੇ, ਮੌਕੇ ਦੇਣੇ ਚਾਹੀਦੇ ਨੇ ਕਿ ਜਿੱਥੇ ਲੈਂਗੁਏਜ ਦਾ ਯੂਜ਼ ਹੋ ਸਕੇ ਅਤੇ ਪ੍ਰੈਕਟਿਸ ਹੋਵੇ। ਇਨਕਰੇਜਿੰਗ ਦਾ ਚਾਈਲਡ ਟੂ ਮੇਕ ਟਰਾਇਲਸ, ਕਿ ਟਰਾਇਲਸ ਦੇਣ ਦੇ ਲਈ ਚਾਈਲਡ ਨੂੰ ਇਨਕਰੇਜ ਕਰਨਾ ਚਾਹੀਦਾ, ਪ੍ਰੋਤਸਾਹਿਤ ਕਰਨਾ ਚਾਹੀਦਾ ਹੈ, ਠੀਕ ਹੈ ਜੀ। ਬੱਚੇ ਨੂੰ ਇਨਕਰੇਜ ਕਰਨਾ, ਪ੍ਰੋਤਸਾਹਿਤ ਕਰਨਾ ਮਤਲਬ ਕਿ ਉਹਨੂੰ ਹੱਲਾਸ਼ੇਰੀ ਦੇਣੀ ਕਿ ਤੂੰ ਇਹ ਕੰਮ ਕਰ ਸਕਦਾ। ਨੈਕਸਟ ਹੈ ਯੂਜ਼ਿੰਗ ਸਪੇਸਡ ਪ੍ਰੈਕਟਿਸ ਟੂ ਪ੍ਰੀਵੈਂਟ ਫੋਰਗੈਟਿੰਗ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਯੂਜ਼ ਆਫ ਰਿਵਾਰਡ, ਬੱਚੇ ਨੂੰ ਰਿਵਾਰਡ ਦੇਣੇ ਚਾਹੀਦੇ ਆ। ਰਿਸੈਪਸ਼ਨ ਆਫ ਲੈਂਗੁਏਜ ਮਸਟ ਬੀ ਐਕਸਪੈਂਸ਼ਨ, ਪ੍ਰੋਵਾਈਡਿੰਗ ਮੀਨਿੰਗਫੁਲ ਸਿਚੁਏਸ਼ਨਸ ਫੋਰ ਟੀਚਿੰਗ ਨਿਊ ਸੈਂਟੈਂਸ ਪੈਟਰਨਸ, ਪ੍ਰੋਵਾਈਡਿੰਗ ਓਪਰਚੁਨਿਟੀਜ਼ ਫੋਰ ਯੂਜ਼ ਐਂਡ ਪ੍ਰੈਕਟਿਸ ਆਫ ਲੈਂਗੁਏਜ, ਉਹ ਆਪਾਂ ਪਿੱਛੇ ਕਰ ਆਏ ਹਾਂ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਪ੍ਰੋਵਾਈਡਿੰਗ ਮੀਨਿੰਗਫੁਲ ਸਿਚੁਏਸ਼ਨਸ ਫੋਰ ਟੀਚਿੰਗ ਨਿਊ ਸੈਂਟੈਂਸ ਪੈਟਰਨਸ, ਕਿ ਟੀਚਿੰਗ ਦੇ ਦੁਆਰਾ ਬੱਚੇ ਨੂੰ ਐਵੇਂ ਦੇ ਪੈਟਰਨ ਸੈਂਟੈਂਸ ਦੇਣੇ ਚਾਹੀਦੇ ਨੇ ਜਿਹਦੇ ਨਾਲ ਬੱਚਾ ਨਿਊ ਸੈਂਟੈਂਸਿਸ ਨੂੰ ਸਿੱਖ ਸਕੇ। ਇਨਕਰੇਜਿੰਗ ਦਾ ਚਾਈਲਡ ਟੂ ਮੇਕ ਟਰਾਇਲਸ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਯੂਜ਼ਿੰਗ ਸਪੇਸਡ ਪ੍ਰੈਕਟਿਸ ਟੂ ਪ੍ਰੀਵੈਂਟ ਫੋਰਗੈਟਿੰਗ, ਯੂਜ਼ ਆਫ ਰਿਵਾਰਡ, ਕਿ ਬੱਚਾ ਚੰਗਾ ਕਰੇ ਤਾਂ ਉਹਨੂੰ ਰਿਵਾਰਡ ਦੇਣਾ ਚਾਹੀਦਾ ਹੈ, ਠੀਕ ਹੈ ਜੀ।
ਕਿ ਬੱਚੇ ਨੂੰ ਵਧੀਆ ਸਿੱਖਣ 'ਚ ਮੌਕੇ ਮਿਲਣ। ਰਿਸੈਪਸ਼ਨ ਆਫ ਲੈਂਗੁਏਜ ਮਸਟ ਬੀ ਦੇਅਰ ਬਿਫੋਰ ਐਕਸਪ੍ਰੈਸ਼ਨਸ। ਉਸ ਤੋਂ ਬਾਅਦ ਹੈ ਕੰਕਲੂਜ਼ਨ 'ਚ ਹੈ ਇਨ ਦਾ ਅਬਵ ਵਿਊਜ਼ ਐਂਡ ਕਮੈਂਟਸ ਵੀ ਲਿਖ ਸਕਦੇ ਹਾਂ, ਪੁਆਇੰਟਸ ਵੀ ਲਿਖ ਸਕਦੇ ਹਾਂ, ਠੀਕ ਹੈ ਜੀ। ਆਫ ਦਾ ਐਡਵਾਂਟੇਜਸ ਆਫ ਬਿਹੇਵੀਅਰਿਜ਼ਮ ਇਜ਼ ਮੋਸਟ ਇੰਪੋਰਟੈਂਟ ਪਾਰਟ ਆਫ ਲੈਂਗੁਏਜ ਟੀਚਿੰਗ ਐਂਡ ਲੈਂਗੁਏਜ ਅਪਰੋਚ, ਠੀਕ ਹੈ ਜੀ। ਦਿਸ ways of learning is most powerful and beneficial to learn language of teaching process. Behaviorism is the part of language teaching process in mainly include to the language learning and teaching process ਕਿ behaviorism ਹੈ ਜੋ language learning and teaching process ਦੇ ਵਿੱਚ ਇੱਕ ਮੇਨ ਪਾਰਟ ਅਦਾ ਕਰਦਾ ਹੈ ਕਿ ਬੱਚੇ ਹੈਬਿਟ ਦੇ ਦੁਆਰਾ ਵੀ ਲੈਂਗੁਏਜ ਨੂੰ ਸਿੱਖ ਸਕਦੇ ਹਨ। ਤਾਂ ਇਹ ਸੀ ਜੀ ਅੱਜ ਦੇ ਮੋਸਟ ਇੰਪੋਰਟੈਂਟ ਕੁਐਸਚਨਸ। ਕੱਲ੍ਹ ਨੂੰ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਵਾਂਗੇ ਜੀ, ਉਹਦੇ 'ਚ ਵੀ ਤੁਹਾਨੂੰ ਹੋਰ ਕੁਐਸਚਨਸ ਅਤੇ ਜੋ ਨੇ ਯੂਨਿਟ ਵਾਈਜ਼ ਕਰਵਾਵਾਂਗੇ। ਥੈਂਕਸ ਟੂ ਆਲ, ਥੈਂਕਸ ਫॉर ਵਾਚਿੰਗ ਐਂਡ ਵੀਡੀਓ ਨੂੰ ਜ਼ਰੂਰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਤਾਂ ਥੈਂਕਸ ਫॉर ਆਲ।